सतनाम श्री वाहिगुरु साहिब जीओ। तेरे कवन कवन गुण कह गावा। तू साहिब गुणी निदाना। तुमरी महिमा वर्ण न साकूं। तू ठाकुर ऊच भगवाना। तेरे गुण बहुते मैं एक ना जानिया। मैं मूरख किछ दीजै। प्राणवत नानक सुन मेरे साहिबा। डुबदा पत्थर लीजै। प्राणवत नानक सुन मेरे साहिबा। डुबदा पत्थर लीजै। जुगो जुग टल। चवर छत्र तखत दे मालक दसां पातशाहियां जी दी जोत। हाजर नाजर श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठी गुरु प्यारी गुरु सवारी। गुरु की साजी साज की निवाजी। गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलों दे नाल मन विरतियां कागर करके जुड़ करके बहन दी कृपालता करिए। समय और ਸਵਾਸਾਂ ਨੂੰ ਸਫਲਾ ਕਰੀਏ। ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ। ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕਰੀਏ। ਆਪ ਸੰਗਤ ਨੇ ਜੋ ਹੁਣ ਤੱਕ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕੀਤੀ ਹੈ, ਉਹ ਵਿਚਾਰ ਇਥੋਂ ਤੱਕ ਸੀ ਕਿ ਜਿਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਕਲਗੀਧਰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਮਾਧੋ ਦਾਸ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ ਸਤਿਗੁਰੂ ਜੀ ਨੇ ਉਹ ਪਾਪੀਆਂ ਨੂੰ ਦੰਡ ਦੇਣ ਵਾਸਤੇ ਆਪਣਾ ਇੱਕ ਬਹੁਤ ਇਮਾਨਦਾਰ ਬੰਦਾ बाबा बंदा सिंह बहादुर और 5 सिंह 5 सूरमे और 5 तीर दे के सतगुरु जी ने इधर पंजाब दी धरती वल भेजिया। ते जिथे आके बाबा बंदा सिंह बहादुर ने आउण सार ही तड़थल मचा दित्ती। वैरियां नूं हत्थां पैरां दी पै गई। ये सोचण ते मजबूर कर दिता कि ये बंदा कौन है, बंदा सिंह बहादुर कौन है। इहदे विच इन्ना जोश इन्नी ताकत एडी वड्डी फुरती एडी वड्डी दलेरी आई कित्थों है। वो पापी विचार करदे कहंदे साडे तो दे पहले गुरु गोबिंद सिंह महाराज दसम पातशाह सतगुरु जी दी ताकत झल्ली नहीं सी जांदी। उन्हां ने सानू हत्थां पैरां दी पाई सी। एक बाबा बंदा सिंह बहादुर गुरु गोबिंद सिंह महाराज जी वर्गा कौन आ गया। ये कौन है। उन्हां वर्गा ही जोश उन्हां वर्गी ताकत लैके आ गया। ते सतगुरु जी कृपा करदे कहंदे फिर गुस्से विच आके बाबा बंदा सिंह बहादुर ने आपां कल दी विचार विच सरवण कीता ना। एक
ਇਸੇ ਸੰਬੰਧ ਵਿੱਚ ਜੰਗ ਜੁੱਧ ਹੋਈ। ਪਾਪੀਆਂ ਨੇ ਹੱਲਾ ਬੋਲ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨੁਕਸਾਨਣਾ ਚਾਹਿਆ। ਜੰਗ ਜੁੱਧ ਕਰਕੇ ਉਹਨਾਂ ਨੂੰ ਖਤਮ ਕਰਨਾ ਚਾਹਿਆ। ਕੱਲ ਦੀ ਵਿਚਾਰ ਵਿੱਚ ਆਪਾਂ ਇਹ ਸਰਵਣ ਕਰਦੇ ਸੀ ਕਿ ਜੰਗ ਜੁੱਧ ਕਰਨ ਵਾਸਤੇ ਉਹਨਾਂ ਨੇ ਕਾਫੀ ਵੈਰੀਆਂ ਦੀ ਫੌਜ ਲੈ ਕੇ ਆਂਦੀ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਿਹੜੀ ਫੌਜ ਸੀ ਉਹ ਡਰਦੀ ਮਾਰੀ ਭੱਜਣ ਲੱਗੀ। ਸਤਿਗੁਰ ਦੀ ਕਿਰਪਾ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਕਹਿ ਦਿੱਤਾ, ਉਹ ਭੱਜੋ ਨਾ, ਕਦਾਚਿਤ ਤੁਹਾਡਾ ਵਾਲ ਵਿੰਗਾ ਨਹੀਂ ਕਰਨਗੇ। ਸਤਿਗੁਰ ਦੀ ਕਿਰਪਾ ਰਹਿਮਤ ਵਰਤੇਗੀ, ਤੁਹਾਡਾ ਕਿਸੇ ਪ੍ਰਕਾਰ ਵਾਲ ਵਿੰਗਾ ਨਹੀਂ ਕਰਨਗੇ, ਭਾਵੇਂ ਜਿੱਡੀ ਮਰਜ਼ੀ ਗਿਣਤੀ ਵਿੱਚ ਆ ਜਾਣ। ਜੇ ਨਹੀਂ ਯਕੀਨ ਤੇ ਖੜ ਕੇ ਦੇਖ ਲਓ ਜਰਾ। ਸਤਿਗੁਰ ਦੇ ਤੀਰ ਦੇ ਨਾਲ ਲਕੀਰ ਕਰਕੇ ਫਿਰ ਉੱਥੇ ਦਿਖਾਇਆ ਸਭ ਕੁਝ। ਉਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਬਾਕੀ ਸਾਡੇ ਉੱਪਰ ਉਹਨਾਂ ਦੇ ਸ਼ਸਤਰਾਂ ਦਾ, ਉਹਨਾਂ ਦੇ ਤੀਰਾਂ ਦਾ, ਤੋਪਾਂ ਦਾ, ਰਾਈਫਲ ਬੰਦੂਕਾਂ ਦਾ ਕੋਈ ਜ਼ੋਰ ਨਹੀਂ ਚੱਲੇਗਾ। ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇਖਣ ਲੱਗੇ ਦੋਨਾਂ ਪਾਸਿਆਂ ਤੋਂ ਜੰਗ ਜੁੱਧ ਮੱਚੀ ਹੈ। ਗੁੱਸੇ ਵਿੱਚ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਹੁਕਮ ਕੀਤਾ, ਹਮਲਾ ਕਰਕੇ ਘਮਸਾਨ ਦਾ ਯੁੱਧ ਕਰੋ। ਸ਼ਾਸਤਰ ਘੋੜੇ ਤੋਪਾਂ ਸਮੇਤ ਰਣ ਖੇਤਰ ਵਿੱਚ ਜਾ ਕੇ ਇਹਨਾਂ ਪਾਸੋਂ ਖੋਹ ਲਵੋ। ਇਸ ਪ੍ਰਕਾਰ ਕਹਿ ਕੇ ਗੁਰੂ ਜੀ ਦਾ ਤੀਰ ਸੰਭਾਲਿਆ ਔਰ ਚੱਲੇ ਵਿੱਚ ਚਾੜ ਕੇ ਖਿੱਚ ਕੇ ਉਚਾਰਨ ਕੀਤਾ, ਬਹੁਤ ਤੁਰਕਾਂ ਨੂੰ ਮਾਰ ਦੇਵੋ, ਜਾਣ ਨਾ ਦੇਵੋ। ਸਭ ਪ੍ਰਕਾਰ ਦਾ ਸਾਜੋ ਸਮਾਨ ਇਹਨਾਂ ਤੋਂ ਖੋਹ ਲਵੋ। ਤਦ ਆਕਾਸ਼ ਦਾ ਸ਼ਹੀਦੀ ਦਲ ਆ ਕੇ ਪਹੁੰਚਿਆ। ਜਿਹੜੇ ਸਤਿਗੁਰ ਦੇ ਗੁਪਤ ਰੂਪਾਂ ਸ਼ਹੀਦੀ ਦਲ ਸਨ ਉਹ ਆ ਕੇ ਪਹੁੰਚੇ। ਗੁਪਤ ਰੂਪ ਦੇ ਵਿੱਚ ਹੀ ਆ ਕੇ ਉਹਨਾਂ ਨੇ ਜੰਗ ਦੇ ਵਿੱਚ ਤੜਥਲ ਮਚਾ ਦਿੱਤੀ। ਅੱਗੇ ਪਿੱਛੇ ਹਥਿਆਰ ਚੱਲਦੇ ਸਨ। ਜਦ ਬਹੁਤ ਮਾਰ ਪਈ ਤੇ ਸਾਰੇ ਵੈਰੀ ਹਿੱਲ ਗਏ। ਬੈਰੀ ਪਿੱਠ ਦੇ ਕੇ ਤੋਪਾਂ ਛੱਡ ਕੇ ਭੱਜ ਕੇ ਦੌੜ ਗਏ ਨੇ। ਤਦ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਸੂਰਵੀਰਾਂ ਨੂੰ ਲਲਕਾਰਿਆ, ਉਹ ਸਿੰਘੋ, ਘੋੜੇ ਸ਼ਾਸਤਰਾਂ ਤੇ ਤੋਪਾਂ ਕਿਉਂ ਨਹੀਂ ਲੈਂਦੇ? ਲੁੱਟ ਲਵੋ ਜਿੰਨਾ ਵੀ ਲੁੱਟਿਆ ਜਾਂਦਾ, ਵੈਰੀ ਨਹੀਂ ਠਹਿਰਨਗੇ। ਉਹ ਭੱਜ ਗਏ ਨੇ, ਚਲੇ ਗਏ ਨੇ। ਪਿੰਡਾਂ ਦੇ ਲੋਕ ਤਮਾਸ਼ਾ ਵੇਖਦੇ ਸਨ ਤੇ ਸੈਂਕੜੇ ਲੋਕ ਚਾਰੇ ਪਾਸੇ ਖੜੇ ਸਨ। ਵੇਖ ਰਹੇ ਸਨ ਕਿ ਤੁਰਕ ਕਾਇਰ ਧੀਰਜ ਰਹਿਤ ਹੋ ਚੁੱਕੇ ਨੇ, ਭੱਜ ਗਏ ਨੇ। ਉਹ ਬੰਦੂਕ ਜਾਂ ਤੀਰ ਨਹੀਂ ਚਲਾ ਸਕਦੇ। ਫਿਰ ਕਹਿੰਦੇ ਲੁੱਟਣ ਲੱਗ ਪਏ। ਘੋੜੇ ਲੈ ਲਏ, ਵਸਤਰ ਸ਼ਾਸਤਰ ਵੀ, ਇਥੋਂ ਤੱਕ ਵੀ ਕੁਝ ਨਹੀਂ ਛੱਡਿਆ। ਬਹੁਤ ਲੋਥਾਂ ਉੱਪਰ ਲੋਥਾਂ ਪਈਆਂ ਸਨ। ਤੀਰ ਅਤੇ ਤਲਵਾਰਾਂ ਬਹੁਤ ਚਲਦੀਆਂ ਸਨ। ਕੱਟ ਕੱਟ ਕੇ ਡਿੱਗੇ ਪਏ ਸਨ ਤੇ ਭੱਜ ਵੀ ਨਹੀਂ ਸੀ ਸਕਦੇ। ਹੁਣ ਚਾਰੇ ਪਾਸਿਆਂ ਤੋਂ ਲੋਕਾਂ ਨੇ ਮਿਲ ਕੇ ਮਾਰੇ। ਚਾਰੇ ਪਾਸੇ ਲਹੂ ਫੈਲ ਗਿਆ। ਧਰਤੀ ਰੰਗੀਨ ਲਾਲ ਰੰਗ ਦੀ ਹੋ ਗਈ। ਕਈ ਦੀਨ ਹੋ ਕੇ ਕੱਟੇ ਹੋਏ ਕਹਾਰ ਕਰ ਰਹੇ ਸਨ। ਆਪਣੇ ਆਪ ਪੁਕਾਰ ਕਰ ਰਹੇ ਸਨ। ਕਿਸੇ ਪ੍ਰਕਾਰ ਵੀ ਸੰਭਾਲ ਨਾ ਰਹੀ। ਕੋਈ ਵੀ ਮਨੁੱਖ ਆਪਣੇ ਆਪ ਦੇ ਵਿੱਚ ਆਪਣੇ ਪ੍ਰਾਣ ਬਚਾ ਨਾ ਸਕਿਆ। ਹੁਣ ਜਦੋਂ ਏਦਾਂ ਸੂਰਮਿਆਂ ਨਾਲ ਸੂਰਮੇ ਦਾ ਜਦੋਂ ਸਾਹਮਣਾ ਹੁੰਦਾ ਨਾ ਪਿਆਰਿਓ, ਉਦੋਂ ਫਿਰ ਇੱਕ ਸੂਰਮੇ ਨੂੰ ਢਹਿਣਾ ਪੈਂਦਾ, ਝੁਕਣਾ ਪੈਂਦਾ। ਫਿਰ ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ ਹੈ। ਇਸੇ ਦੇ ਰਣ ਖੇਤਰ ਦੇ ਵਿੱਚ ਸਤਿਗੁਰ ਦੇ ਜਿਹੜੇ ਸਿੱਖ ਸੂਰਮੇ ਸਾਨੂੰ ਜਿੱਤ ਗਏ। ਪਾਪੀਆਂ ਨੂੰ ਮੌਤ ਦੇ ਮੂੰਹ ਧਾਰ ਦਿੱਤਾ ਗਿਆ। ਉਹਨਾਂ ਨੂੰ ਹਾਰ ਦਾ ਮੁਖ ਦੇਖਣਾ ਪੈ ਗਿਆ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਕਿੱਥੋਂ ਤੱਕ ਅਸੀਂ ਜੰਗ ਦੇ ਅਖਾੜੇ ਦਾ ਵਰਣਨ ਕਰੀਏ। ਕਦਾਚਿਤ ਕਿਸੇ ਪ੍ਰਕਾਰ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ। ਉੱਥੇ ਲਾਸ਼ਾਂ ਦੇ ਢੇਰ ਏਦਾਂ ਲੱਗੇ ਪਏ ਜਿਵੇਂ ਕੋਈ ਮਨੁੱਖ
ਸਾਰੀ ਦਿਹਾੜੀ ਦੀ ਮਜ਼ਦੂਰੀ ਕਰਕੇ ਸ਼ਾਮ ਨੂੰ ਥੱਕ ਹਾਰ ਕੇ ਆਪਣੇ ਬਿਸਤਰੇ ਤੇ ਸੰਭਾਲ ਸੁੱਧ ਬੁੱਧ ਵੀ ਸੰਭਾਲ ਕੇ ਨਾ ਪਿਆ ਹੋਵੇ, ਇਦਾਂ ਪਏ ਨੇ। ਕੁਝ ਭੱਜ ਗਏ ਨੇ, ਕੁਝ ਬਚ ਗਏ ਨੇ, ਕੋਈ ਮਾਰੇ ਗਏ, ਕੋਈ ਜ਼ਖਮੀ ਹੋ ਗਏ, ਕੋਈ ਤੜਫ ਰਿਹਾ, ਕੋਈ ਸਹਿਕ ਰਿਹਾ, ਕਿਸੇ ਦਾ ਸਰੀਰ ਕੱਟਿਆ ਵੱਢਿਆ, ਕਿਸੇ ਦੇ ਸਿਰ ਦੇ 2 ਟੋਟੇ ਹੋਏ ਪਏ ਨੇ, ਕਿਸੇ ਦੀ ਲੱਤ ਕੱਟੀ ਪਈ, ਕਿਸੇ ਦੀ ਬਾਂਹ, ਕਿਸੇ ਦਾ ਧੜ ਸਰੀਰ ਨਾਲੋਂ ਵੱਖਰਾ ਹੋਇਆ ਪਿਆ। ਇਦਾਂ ਦਾ ਭਿਆਨਕ ਦ੍ਰਿਸ਼ ਦੇਖਣ ਨੂੰ ਮਿਲ ਰਿਹਾ। ਖੌਫਨਾਕ ਮੰਜ਼ਰ ਦੇ ਵਿੱਚ ਤਬਦੀਲ ਹੋ ਗਿਆ ਜੰਗ ਮੈਦਾਨ। ਪਰ ਸਤਿਗੁਰ ਦੇ ਸਿੱਖ ਫੇਰ ਵੀ ਕਹਿੰਦੇ ਜਾਨਾ ਨਿਸ਼ਾਵਰ ਕਰ ਲਗੇ ਕਦਾਚਿਤ ਕਿਸੇ ਪ੍ਰਕਾਰ ਸੀ ਨਹੀਂ ਕਰਦੇ। ਅੱਜ ਜਿਵੇਂ ਕਿਸੇ ਨੇ ਕਿਹਾ, ਕਹਿੰਦੇ ਸਿੰਘ ਸਿਰ ਕਟਵਾਉਣੋਂ ਨਹੀਂ ਹਟਦੇ, ਸਿੰਘ ਸਿਰ ਕਟਵਾਉਣੋਂ ਨਹੀਂ ਮੁੜਦੇ, ਮੂੰਹ ਮੁੜ ਜਾਂਦੇ ਤਲਵਾਰਾਂ ਦੇ। ਇਹ ਸਸਤਾ ਖੂਨ ਲਟਾਉਂਦੇ ਨੇ, ਭਾ ਪੁੱਛਦੇ ਨਹੀਂ ਬਾਜ਼ਾਰਾਂ ਦੇ। ਪੱਤ ਝਾੜ ਰਹਿੰਦਿਆਂ ਵੀ ਗੀਤ ਗਾਉਂਦੇ ਸਦਾ ਬਹਾਰਾਂ ਦੇ। ਹੁਣ ਸਤਿਗੁਰ ਦੀ ਇਦਾਂ ਦੀ ਕਿਰਪਾ ਰਹਿਮਤ ਹੋਈ, ਇਦਾਂ ਆਨੰਦ ਵਿੱਚ ਰਹਿੰਦੇ। ਫੇਰ ਵੀ ਜੇ ਕੋਈ ਦੁੱਖ ਆ ਜਾਂਦਾ, ਦੁੱਖ ਦੇ ਵਿੱਚ ਵੀ ਆਨੰਦ ਮਾਣਨ ਦਾ, ਸਕੂਨ ਮਾਣਨ ਦਾ, ਸਤਿਗੁਰ ਦੀ ਬਖਸ਼ਿਸ਼ ਰਹਿਮਤ ਦੇ ਵਿੱਚੋਂ ਇਹ ਸਲੀਕਾ ਪ੍ਰਾਪਤ ਕਰ ਲਿਆ। ਇਸ ਕਰਕੇ ਤਾਂ ਤੇਰੋ ਵਿਚਾਰ। ਹੁਣ ਸਤਿਗੁਰ ਦੇ ਸਿੱਖਾਂ ਦੀ ਕੀ ਵਿਚਾਰ ਕਰੀਏ, ਕਿੱਥੋਂ ਤੱਕ ਵਰਣਨ ਕਰੀਏ, ਉਹਨਾਂ ਦੀ ਵਿਚਾਰ ਨੂੰ ਕਿਵੇਂ ਕਰਕੇ ਵਿਚਾਰੀਏ। ਉਹ ਤੇ ਕਹਿਣ ਤੋਂ, ਕਥਨ ਤੋਂ, ਵੇਖਣ ਸੁਣਨ ਤੋਂ ਪਰੇ ਦੀ ਗੱਲ ਹੈ। ਹੁਣ ਸਤਿਗੁਰ ਦੀ ਇਦਾਂ ਕਿਰਪਾ ਰਹਿਮਤ ਵਰਤੀ। ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਥਾਨ ਤੇ ਖੜੇ ਹੋ ਗਏ। ਤੁਰਕਾਂ ਦਾ ਦਲ ਚੰਗੀ ਤਰ੍ਹਾਂ ਲੁੱਟ ਲਿਆ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਸਤਰ ਵਸਤਰ ਖੋਹ ਲੈਣਾ ਕੀਤੇ ਨੇ। ਵੱਡੇ ਵੱਡੇ ਘੋੜੇ ਫੜ ਲਏ, ਸਾਰੇ ਲੈ ਕੇ ਬਹੁਤ ਪ੍ਰਸੰਨ ਹੋ ਗਏ। ਜਿੱਥੋਂ ਕਿੱਥੋਂ ਮਨੁੱਖ ਆ ਕੇ ਮਿਲ ਗਏ ਨੇ। ਨੌਕਰੀ ਤੋਂ ਬਗੈਰ ਉਹਨਾਂ ਨੂੰ ਲੁੱਟਣ ਦੀ ਚਾਹਤ ਸੀ। ਉਹਨਾਂ ਨੂੰ ਇਹ ਵਿਚਾਰ ਸੀ ਕਿ ਹੁਣ ਤੇ ਨੌਕਰੀ ਕੋਈ ਮਿਲਦੀ ਨਹੀਂ, ਨਾ ਕੋਈ ਕੰਮ ਕਾਜ ਹੈ, ਨਾ ਕੋਈ ਵਿਚਾਰ ਹੈ। ਉਸ ਵਕਤ ਤੋਂ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਹੀ ਸ਼ਾਮਲ ਹੋ ਜਾਂਦੇ ਆ। ਜੋ ਕੁਝ ਲੁੱਟਿਆ ਜਾਂਦਾ ਉਹ ਪ੍ਰਾਪਤ ਹੋ ਜਾਂਦਾ। ਉਹ ਨੌਕਰੀ ਤੋਂ ਵੀ ਵਧੇਕ ਹੈ। ਏਦਾਂ ਕਰਕੇ ਨੌਕਰੀ ਦੀ ਚਾਹਤ ਛੱਡ ਕੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਸ਼ਾਮਲ ਹੋ ਕੇ ਲੁੱਟਾਂ ਖੋਹਾਂ ਕਰਨ ਵਾਸਤੇ, ਪਾਪੀਆਂ ਨੂੰ ਮੌਤ ਦੇ ਘਾਟ ਉਤਾਰਨ ਵਾਸਤੇ ਏਦਾਂ ਸਤਿਗੁਰ ਦੀ ਕਿਰਪਾ ਰਹਿਮਤ ਪ੍ਰਾਪਤ ਕਰ ਲੈਂਦੇ ਸਨ। ਸ਼ਾਸਤਰ ਧਾਰਨ ਵਾਲੇ ਸਭ ਆਏ, ਹੁਣ ਬੰਦਾ ਸਿੰਘ ਦੇ ਪਾਸ ਆ ਕੇ ਇਕੱਠੇ ਹੋ ਗਏ। ਉਸ ਤੋਂ ਉਪਰੰਤ ਮੁਸਤਾਬਾਦ ਨਗਰ ਜਾ ਮਾਰਿਆ ਤੇ ਕਹਿੰਦੇ ਲੱਭ ਕੇ ਸਾਰਾ ਸ਼ਹਿਰ ਲੁੱਟ ਲਿਆ। ਬਹੁਤ ਧਨ ਤੇ ਵਸਤਾਂ ਲੈ ਕੇ ਲੋਕਾਂ ਦੇ ਚਿੱਤ ਵਿੱਚ ਦਾ ਚਾਅ ਵਧਾਇਆ। ਕਈ ਮਨੁੱਖ ਬਹੁਤ ਧਨਵਾਨ ਹੋ ਗਏ। ਜਿੱਥੇ ਕਿੱਥੇ ਜਾ ਕੇ ਉਹ ਕਹਿੰਦੇ ਪਿੰਡ ਲੁੱਟਦੇ ਸਨ। 100 ਦੇ 100 ਮਿਲ ਕੇ ਘੋੜੇ ਸਵਾਰ ਹੋ ਕੇ ਜਾਂਦੇ ਸਨ। ਲੁੱਟ ਕੁੱਟ ਕੇ ਬੰਦਾ ਸਿੰਘ ਬਹਾਦਰ ਦੇ ਦਲ ਵਿੱਚ ਜਾ ਸਮਾਉਂਦੇ ਸਨ। ਹੁਣ ਸਾਰੇ ਦੇਸ਼ ਵਿੱਚ ਭਾਰੀ ਰੌਲਾ ਮਚ ਗਿਆ। ਇਸਤਰੀ ਪੁਰਸ਼ ਵਿਸ਼ੇਸ਼ ਤੌਰ ਤੇ ਭੱਜ ਚੱਲੇ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਬਹੁਤ ਦਲ ਇਕੱਠਾ ਕੀਤਾ, ਲੁੱਟਣ ਦਾ ਹੀ ਇੱਕ ਆਸਰਾ ਲਿਆ। ਕਈ ਹਜ਼ਾਰ ਸੈਨਾ ਹੋ ਗਈ। ਜਿੱਥੇ ਕਿੱਥੇ ਧੂਮ ਧਾਮ ਪ੍ਰਗਟ ਹੋਈ। ਗੁਰੂ ਜੀ ਦੇ ਕਹੇ ਨੂੰ ਯਾਦ ਕਰਕੇ ਇਹ ਜਾਣਿਆ ਕਿ ਨੇੜੇ ਹੀ ਸੰਢੌਰੇ ਵਿੱਚ ਵੱਡਾ ਦੁਸ਼ਟ ਰਹਿੰਦਾ ਹੈ। ਸੰਢੌਰਾ ਸ਼ਹਿਰ, ਉੱਥੇ ਇੱਕ ਬਹੁਤ ਵੱਡਾ ਦੁਸ਼ਟ ਰਹਿੰਦਾ ਹੈ। ਉਹਨੂੰ ਵੀ ਮਾਰਨਾ ਲੁੱਟਣਾ, ਵਿਸ਼ੇਸ਼ ਤੌਰ ਤੇ ਉਸ ਪਾਪੀ ਨੂੰ ਛੱਡਣਾ ਨਹੀਂ। ਤੇ ਸਤਿਗੁਰੂ ਨੇ ਹੁਕਮ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਹੁਕਮ ਯਾਦ ਆਇਆ।
ਹੁਣ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਇਹ ਜਿਹੜੀ ਸੈਨਾ ਰੋਜ਼ਾਨਾ ਕੰਟੀਨਿਊ ਨੂੰ ਨਿਤਨੇਮ ਅਨੁਸਾਰ ਕਾਫੀ ਵੱਡੀ ਤਾਦਾਦ ਦੇ ਵਿੱਚ ਰਲਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ। ਮਾਨੋ ਇਹ ਮੰਨ ਲਓ ਕਿ ਜਿਵੇਂ ਕਿਸੇ ਸਮੁੰਦਰ ਦਾ ਬੰਨ ਕੋਈ ਟੁੱਟ ਜਾਂਦਾ ਹੋਵੇ ਨਾ, ਜਾਂ ਸਮੁੰਦਰ ਕਿਸੇ ਪਾਸੇ ਨਿਕਲਦਾ ਹੋਵੇ ਉਹ ਛੱਲੇ ਮਾਰ ਕੇ, ਉਹ ਜਿੱਧਰ ਨੂੰ ਲਹਿਰ ਜਾਂਦੀ ਨਾ ਸਮੁੰਦਰ ਦੀ, ਕਈ ਦਫਾ ਦੇਖੀ ਤਾਂ ਸੁਨਾਮੀਆਂ ਆ ਜਾਂਦੀਆਂ ਬਹੁਤ ਵੱਡੀਆਂ ਵੱਡੀਆਂ। ਵਿਦੇਸ਼ਾਂ ਦੇ ਵਿੱਚ ਵੇਖੀਦਾ ਸੋਸ਼ਲ ਮੀਡੀਆ ਤੇ ਕਾਫੀ ਸਮਾਂ ਪਹਿਲਾਂ ਜਾਪਾਨ ਦੇ ਵਿੱਚ ਵੀ ਇਹ ਸੁਨਾਮੀ ਆਈ ਸੀ, ਬਹੁਤ ਵੱਡਾ ਨੁਕਸਾਨ ਕੀਤਾ, ਬੜੀ ਤਬਾਹੀ ਕੀਤੀ। ਤੇ ਸਤਿਗੁਰੂ ਜੀ ਕਹਿੰਦੇ ਨੇ ਉਹ ਸੁਨਾਮੀ ਦੀ ਲਹਿਰ ਬਣ ਕੇ ਸਮੁੰਦਰ ਜਿੱਧਰ ਨੂੰ ਜਾਂਦਾ ਉਧਰ ਨੂੰ ਤਬਾਹੀ ਪੈ ਕਰਦਾ ਜਾਂਦਾ ਏ। ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਵੀ ਇੱਕ ਵੱਡੇ ਸਮੁੰਦਰ ਸਾਗਰ ਦੀ ਸੁਨਾਮੀ ਬਣ ਕੇ ਪਾਪੀਆਂ ਤੇ ਟੁੱਟ ਕੇ ਪੈ ਗਏ ਨੇ, ਤੇ ਨਾਲ ਦੀ ਜਿੱਥੋਂ ਦੀ ਲੰਘਦੇ ਨੇ ਬੈਰੀਆਂ ਦਾ ਘਾਣ ਕਰਦੇ ਜਾਂਦੇ ਨੇ, ਤੇ ਨਾਲ ਉਹਨਾਂ ਦੇ ਆਟੋਮੈਟਿਕਲੀ ਫੌਜਾਂ ਦੇ ਦਲ ਵੱਡੇ ਪੱਧਰ ਤੇ ਰਲਦੇ ਜਾ ਰਹੇ ਨੇ। ਇਦਾਂ ਸਤਿਗੁਰ ਦੀ ਕਿਰਪਾ ਰਹਿਮਤ ਵਰਤੀ। ਹੁਣ ਸਤਿਗੁਰ ਦੀ ਕਿਰਪਾ ਨਾਲ ਬਾਬਾ ਬੰਦਾ ਸਿੰਘ ਬਹਾਦਰ ਸੰਢੌਰੇ ਸ਼ਹਿਰ ਵਿਖੇ ਪਹੁੰਚੇ ਨੇ। ਪਤਾ ਲੱਗਿਆ ਇੱਥੇ ਕਹਿੰਦੇ ਦੁਸ਼ਟ ਪਾਪੀ ਸਤਿਗੁਰ ਦਾ ਬਹੁਤ ਵੱਡਾ ਪਾਪੀ ਰਹਿੰਦਾ, ਉਹ ਗੁਰੂ ਨਾਨਕ ਦੇ ਦਰ ਕਰਦਾ, ਨਿੰਦਕ ਰਹਿੰਦਾ। ਇਹਨੂੰ ਸੁਧਣਾ ਵੀ ਜ਼ਰੂਰੀ ਹੈ। ਉਸ ਨੂੰ ਮਾਰਨ ਵਾਸਤੇ ਚਿੱਤ ਵਿੱਚ ਉਮੰਗ ਪੈਦਾ ਹੋ ਗਈ। ਕੂਚ ਕਰਕੇ ਆਪਣਾ ਹੁਕਮ ਸੁਣਾਇਆ। ਇਹ ਪੁੱਠੀਆਂ ਚਾਲਾਂ ਵਾਲਾ ਨਗਰ ਗੁਰੂ ਧਰੋਈ ਹੈ। ਬੁੱਧੂ ਸ਼ਾਹ ਜਿਹੜਾ ਮਹਾਨ ਸਾਧੂ ਸੀ, ਉਸ ਵਕਤ ਕਹਿੰਦੇ ਪਰਿਵਾਰ ਸਮੇਤ ਗੁਰੂ ਪੱਖੀ ਜਾਣ ਕੇ ਉਸ ਨੂੰ ਹਾਕਮ ਨੇ ਘਰ ਦੇ ਸਾਰੇ ਜੀ ਸਮੇਤ ਕਤਲ ਕਰ ਦਿੱਤਾ ਸੀ। ਉਹ ਕਹਿੰਦੇ ਬਦਲਾ ਪਹਿਲਾਂ ਹੀ ਲੈ ਲਵੋ ਤੇ ਬਾਅਦ ਵਿੱਚ ਸਮਾਂ ਬਤੀਤ ਹੋਵੇਗਾ, ਕੀ ਪਤਾ ਕੀ ਬਣੇਗਾ। ਜਿਹੜਾ ਕਾਰਜ ਹੁਣ ਹੀ ਕਰ ਲਈਏ ਉਹ ਕਾਰਜ ਵਰਗੀ ਰੀਸ ਨਹੀਂ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵਿਚਾਰ ਬਣਾਈ ਕਿ ਹੁਣੇ ਹੀ ਇਸ ਪਾਪੀ ਦਾ ਨਾਸ਼ ਕਰ ਦਈਏ, ਕਿਉਂਕਿ ਜਦੋਂ ਸਮਾਂ ਜੁੜੇ ਕਿਸੇ ਵੀ ਕਾਰਜ ਨੂੰ ਕਰਨ ਦਾ, ਉਹ ਸਮਾਂ ਉਸੇ ਵਕਤ ਨੂੰ ਕਾਰਜ ਕਰ ਲੈਣਾ ਚਾਹੀਦਾ। ਬਾਅਦ ਵਿੱਚ ਪਰਮਾਤਮਾ ਦੀ ਕੀ ਰਜ਼ਾ ਕੀ ਹੁਕਮ ਹੈ ਕੋਈ ਪਤਾ ਨਹੀਂ। ਕਈ ਦਫਾ ਅਸੀਂ ਵਿਚਾਰਦੇ ਰਹਿ ਜਾਂਦੇ ਹਾਂ, ਕਾਰਜ ਹਲੇ ਨਹੀਂ, ਠਹਿਰ ਕੇ ਕਰਾਂਗੇ। ਉਹ ਕਾਰਜ ਕਰਦੇ ਕਰਦੇ ਸਮਾਂ ਹੱਥੋਂ ਖੁੰਝ ਜਾਂਦਾ, ਅੱਗੇ ਕੀ ਦਾ ਕੀ ਬਣਦਾ ਜਾਂਦਾ ਰਹਿੰਦਾ, ਅੱਗੇ ਕੀ ਦਾ ਕੀ ਵਿਚਾਰ ਜੁੜਦਾ ਜਾਂਦਾ ਰਹਿੰਦਾ। ਉਹ ਵਿਚਾਰ ਕਹਿੰਦੇ ਖੁੰਝ ਜਾਂਦੀ, ਫੇਰ ਪਤਾ ਨਹੀਂ ਕਿੰਨੇ ਹਫ਼ਤੇ, ਕਿੰਨੇ ਮਹੀਨੇ, ਕਿੰਨੇ ਸਾਲ, ਕਿੰਨੇ ਇਹ ਸਮੇਂ ਬਤੀਤ ਹੋ ਜਾਂਦੇ, ਕੋਈ ਪਤਾ ਨਹੀਂ। ਇਸ ਕਰਕੇ ਜਿਹੜੇ ਕਾਰਜ ਨੂੰ ਸਤਿਗੁਰ ਨੇ ਜਦੋਂ ਸਮਾਂ ਪ੍ਰਦਾਨ ਕੀਤਾ ਉਹ ਕਾਰਜ ਕਰ ਲੈਣਾ ਚਾਹੀਦਾ। ਮਾਨੋ ਸਤਿਗੁਰੂ ਜੀ ਨੇ ਸਾਡੇ ਤੇ ਤਰਸ ਕਰਕੇ ਅੰਮ੍ਰਿਤ ਵੇਲੇ ਦੀ ਪ੍ਰਦਾਨਗੀ ਦਿੱਤੀ ਹੈ, ਬਖਸ਼ਿਸ਼ ਰਹਿਮਤ ਕੀਤੀ ਹੈ, ਤੇ ਸਾਨੂੰ ਘੋਲ ਨਹੀਂ ਕਰਨੀ ਚਾਹੀਦੀ, ਅੰਮ੍ਰਿਤ ਵੇਲੇ ਸੰਭਾਲ ਲੈਣਾ ਚਾਹੀਦਾ। ਬਾਕੀ ਸਰੀਰ ਇਜਾਜ਼ਤ ਨਹੀਂ ਦਿੰਦਾ, ਵੱਖਰੀ ਗੱਲ ਹੈ, ਪਰ ਜੇਕਰ ਸਤਿਗੁਰੂ ਨੇ ਸਾਨੂੰ ਤੰਦਰੁਸਤੀ ਪ੍ਰਦਾਨ ਕੀਤੀ, ਅੰਮ੍ਰਿਤ ਵੇਲੇ ਦੇ ਜਾਗਣ ਦਾ ਬਲ ਪ੍ਰਦਾਨ ਕੀਤਾ, ਬਖਸ਼ਿਸ਼ ਰਹਿਮਤ ਕੀਤੀ, ਤੇ ਸਤਿਗੁਰੂ ਦੀ ਯਾਦ ਵਿੱਚ ਜ਼ਰੂਰ ਜੁੜ ਜਾਣਾ ਚਾਹੀਦਾ। ਸੰਗਤ ਰੂਪੀ ਹੋ ਕੇ ਸਤਿਗੁਰੂ ਦੀ ਸੰਗਤ ਕਰ ਲੈਣੀ ਚਾਹੀਦੀ ਹੈ, ਸਤਿਗੁਰ ਦਾ ਸਿਮਰਨ ਕਰ ਲੈਣਾ ਚਾਹੀਦਾ, ਬਾਣੀ ਪੜ੍ਹ ਲੈਣੀ ਚਾਹੀਦੀ ਹੈ, ਕਥਾ ਵਿਚਾਰਾਂ ਸਰਵਣ ਕਰ ਲੈਣੀਆਂ ਚਾਹੀਦੀਆਂ। ਤੇ ਕੀ ਪਤਾ ਕਦੋਂ ਜੀਵ ਆਤਮਾ ਸਰੀਰ ਵਿੱਚੋਂ ਨਿਕਲ ਜੇ, ਕੋਈ ਇਤਵਾਰ ਨਹੀਂ। ਇਹ ਸਰੀਰ ਦਾ ਤੇ ਕਹਿੰਦੇ ਅੱਖ ਦੇ ਭਲਕੇ ਜਿੰਨੇ ਸਮੇਂ ਦਾ ਇਤਵਾਰ ਨਹੀਂ ਹੈ। ਕੀ ਪਤਾ ਕੀ ਬਣਨਾ ਤੇ ਕੀ ਜੁੜਨਾ। ਉਹ ਪਿਆਰਿਓ ਸੋਚਿਆ ਨਾ ਕਰੋ, ਵਿਚਾਰਿਆ ਨਾ ਕਰੋ, ਏਦਾਂ ਗੱਲ ਕਿ ਅਜੇ ਨਹੀਂ, ਠਹਿਰ ਕੇ ਤਾਤੇ ਰਹੋ ਵਿਚਾਰ। ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਇਹੀ ਵਿਚਾਰ ਪ੍ਰਾਪਤ ਕੀਤੀ, ਕਹਿੰਦੇ ਪਾਪੀ ਨੂੰ ਸੋਧਾਂ ਹੁਣੇ ਹੀ ਲਾ ਦਿੰਨੇ ਆ,
ਬਾਅਦ ਵਿੱਚ ਸਮਾਂ ਜੁੜੇ ਨਾ ਜੁੜੇ, ਕੀ ਗੱਲ ਬਾਤ ਬਣੇ, ਕੀ ਪਰਮਾਤਮਾ ਨੇ ਕਿੱਦਾਂ ਹੁਕਮ ਕਰਨਾ ਕੋਈ ਪਤਾ ਨਹੀਂ। ਇਸ ਕਰਕੇ ਵੈਰੀ ਨੂੰ ਸੋਧ ਕੇ ਜਾਈਏ ਦੇ ਵਿੱਚ ਹੀ ਭਲਾ। ਉਹ ਸੰਢੌਰੇ ਨਗਰ ਵਿਖੇ ਪਹੁੰਚੇ ਨੇ। ਹੁਣ ਸਤਿਗੁਰ ਦੇ ਸਿੱਖਾਂ ਦਾ ਇਹ ਭਾਰੀ ਦਲ ਇੱਥੇ ਪਹੁੰਚਿਆ ਤੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ ਹੈ। ਇੱਥੇ ਇਸ ਪਾਪੀ ਨੂੰ ਸੋਧਣ ਵਾਸਤੇ, ਬਦਲਾ ਲੈਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਮਨ ਬਣਾਇਆ। ਸਾਰੇ ਨਗਰ ਦੇ ਫੜ ਕੇ, ਉਸ ਵੇਲੇ ਦਲ ਵਿੱਚ ਬਹੁਤ ਨਗਾਰੇ ਇਕੱਠੇ ਹੋਏ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਹੁਕਮ ਕੀਤਾ, ਕਹਿੰਦੇ ਸਾਰੇ ਨਗਾਰੇ ਫੜ ਕੇ ਡੱਗੇ ਵਜਾਓ। ਜਦ ਸਾਰੇ ਸਾਵਧਾਨ ਹੋ ਗਏ ਤੇ ਹਥਿਆਰ ਲੈ ਕੇ ਘੋੜਿਆਂ ਉੱਪਰ ਸਵਾਰ ਹੋ ਗਏ ਤੇ ਬਾਬਾ ਬੰਦਾ ਸਿੰਘ ਬਹਾਦਰ ਵੀ ਘੋੜੇ ਉੱਪਰ ਸਵਾਰ ਹੋ ਗਿਆ। ਦੋਵੇਂ ਬਾਬੇ ਵੀ ਆਪਣੇ ਨਾਲ ਲੈ ਲਏ। ਜਾ ਕੇ ਸੰਢੌਰੇ ਨੂੰ ਫਿਰ ਕਹਿੰਦੇ ਘੇਰਾ ਪਾ ਲਿਆ। ਉਸ ਸਮੇਂ ਬੰਦੂਕਾਂ ਤੇ ਤੋਪਾਂ ਚੱਲ ਪਈਆਂ, ਯਕਦਮ ਤਾੜ ਤਾੜ। ਤੁਰਕ ਪਹਿਲਾਂ ਬਾਹਰ ਨਿਕਲ ਕੇ ਲੜੇ। ਸ਼ਾਇਦ ਖਾਨ ਤੇ ਮੁਗਲ ਬਹੁਤ ਆ ਕੇ ਅੱਗੇ ਹੋ ਕੇ ਮਿਲੇ। ਕੜਕੜ ਕਰਦਾ ਕਹਿੰਦੇ ਘਮਸਾਨ ਦਾ ਯੁੱਧ ਮਚ ਗਿਆ। ਗੋਲੀਆਂ ਇਉਂ ਚੱਲੀਆਂ ਤਾੜ ਤਾੜ ਕਰਕੇ, ਜਿਵੇਂ ਅਸਮਾਨੀ ਬਿਜਲੀ ਗੱਜਦੀ ਹੈ ਨਾ, ਗੜਗੜ ਬੱਦਲ ਗੱਜਦੇ ਨੇ, ਇਦਾਂ ਕਰਕੇ ਆਵਾਜ਼ ਆ ਰਹੀ ਹੈ। ਧੜਾ ਧੜ ਗੋਲੀਆਂ ਚੱਲਦੀਆਂ ਨੇ। ਧਨੋਖਾ ਵਿੱਚੋਂ ਤੀਰ ਨਿਕਲ ਕੇ, ਜਿਵੇਂ ਆਕਾਸ਼ ਵਿੱਚੋਂ ਵਰਖਾ ਹੁੰਦੀ ਨਾ, ਇਦਾਂ ਵਰਖਾ ਹੋ ਰਹੀ ਹੈ। ਫਿਰ ਚਾਰੇ ਪਾਸੇ ਜ਼ੋਰ ਪਾ ਕੇ ਬਹੁਤ ਤੁਰਕਾਂ ਦਾ ਮੂੰਹ ਮੋੜ ਦਿੱਤਾ ਗਿਆ। ਬਾਹਰ ਲੜਾਈ ਕਰਨ ਵਾਸਤੇ ਉਹ ਕਹਿੰਦੇ ਠਹਿਰ ਨਾ ਸਕੇ ਤੇ ਇਕੱਠੇ ਹੋ ਕੇ ਹੌਲੀ ਹੌਲੀ ਕਿਲੇ ਦੇ ਉੱਤੇ ਧਾਵਾ ਬੋਲ ਕੇ ਅੰਦਰ ਜਾ ਪ੍ਰਵੇਸ਼ ਕਰੀ। ਹੁਣ ਪੱਕੀ ਕੰਧ ਸੀ ਤੇ ਥਾਂ ਬਹੁਤ ਉੱਚੀ ਸੀ। ਵੱਡਾ ਕਿਲਾ ਟੁੱਟਣਾ ਬਹੁਤ ਮੁਸ਼ਕਲ ਸੀ। ਉਥੇ ਮੋਰਚੇ ਲਾ ਕੇ ਬੈਠ ਕੇ ਬਹੁਤ ਗੋਲੇ ਛੱਡੇ, ਬੰਦੂਕਾਂ ਚਲਾਈਆਂ, ਰਾਈਫਲਾਂ ਚਲਾਈਆਂ ਗਈਆਂ। ਇਦਾਂ ਦੀ ਵਿਚਾਰ ਪ੍ਰਾਪਤ ਹੋਈ। ਕਹਿੰਦੇ ਉਥੇ ਇੱਕ ਸ਼ਾਹ ਕੁਮੈਤ ਪੀਰ ਸੀ, ਜਿਸ ਦੀ ਕਬਰ ਵਿੱਚ ਬਹੁਤ ਸੋਨਾ ਸੀ। ਉਸ ਦੇ ਅੰਦਰ ਕਬਰ ਵਿੱਚ ਬਹੁਤ ਸੋਨਾ ਲੱਗਾ ਸੀ। ਕਹਿੰਦੇ ਉਹ ਜੱਗ ਵਿੱਚ ਬੜਾ ਉੱਚਾ ਸਥਾਨ ਸੀ। ਕਿਲੇ ਵਿੱਚੋਂ ਪੱਥਰ ਮਾਰਦੇ ਸਨ, ਦਲ ਉੱਪਰ ਵਰਖਾ ਕਰਕੇ ਸੂਰਮਿਆਂ ਨੂੰ ਮਾਰਦੇ ਸਨ। ਨੇਤਾ ਪ੍ਰਤੀ ਬਹੁਤ ਯੁੱਧ ਹੁੰਦਾ ਸੀ। ਏਦਾਂ ਹਮਲਾ ਕਰਕੇ ਸੂਰਮੇ ਭੇੜ ਕਰਦੇ ਸਨ। ਤੇ ਕਹਿੰਦੇ ਜਦ ਕਿਲਾ ਅੱਗੇ ਅੜ ਗਿਆ, ਕਿਲਾ ਅੱਗੇ ਅੜ ਗਿਆ ਤੇ ਕਹਿੰਦੇ ਟੁੱਟਿਆ ਨਾ। ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਯਤਨ ਉੱਪਰ ਵਿਚਾਰ ਕੀਤੀ ਹੈ। ਬਾਹਰ ਕਹਿੰਦੇ ਇੱਕ ਵੱਡਾ ਬੜਾ ਉਸਾਰਿਆ, ਥੜਾ ਉਸਾਰਿਆ ਬਹੁਤ ਵੱਡਾ। ਉਸ ਨੂੰ ਕਹਿੰਦੇ ਬਣਾਉਣ ਵਾਸਤੇ ਤੁਰੰਤ ਹਜ਼ਾਰਾਂ ਮਨੁੱਖ ਲੱਗ ਗਏ। ਦਿਨ ਪ੍ਰਤੀ ਦਿਨ ਕਹਿੰਦੇ ਦਲ ਵਿੱਚ ਇਸ ਪ੍ਰਕਾਰ ਵਿਚਾਰ ਵੱਧਦੀ ਗਈ, ਜੋਸ਼ ਵੱਧਦਾ ਗਿਆ। ਸਵਾਇਆ ਅਤੇ 1.5 ਗੁਣਾ ਜਿਵੇਂ ਹੋ ਜਾਂਦਾ ਸੀ। ਕਹਿੰਦੇ ਦੂਰ ਦੂਰ ਤੱਕ ਲੁੱਟਣ ਜਾਂਦੇ ਸਨ। ਬਹੁਤ ਧਨ ਤੇ ਅਨਾਜ ਨਗਰਾਂ ਤੋਂ ਲਿਆਉਂਦੇ ਸਨ। ਫਿਰ ਉਹ ਕਹਿੰਦੇ ਬੜਾ ਬਹੁਤ ਉੱਚਾ ਇੱਥੇ ਥੜਾ ਬਣਾਇਆ ਗਿਆ। ਉਸ ਸਮੇਂ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਉਸ ਉੱਪਰ ਚੜ ਗਿਆ। ਉਸਨੇ ਆਪਣੀ ਦ੍ਰਿਸ਼ਟੀ ਕਿਲੇ ਵਿੱਚ ਉੱਪਰ ਲਾਈ। ਸਾਹਮਣੇ ਸਤਿਗੁਰੂ ਜੀ ਵੱਲੋਂ ਦਿੱਤੇ ਤੀਰ ਖਿੱਚ ਕੇ ਉਸ ਕਿਲੇ ਵੱਲ ਮਾਰੇ। ਹੁਣ ਫਿਰ ਕਹਿੰਦੇ ਦਲ ਨੂੰ ਹੁਕਮ ਕਰ ਦਿੱਤਾ, ਕਹਿੰਦੇ ਹੁਣ ਹਮਲਾ ਕਰੋ। ਇਹ ਸੁਣ ਕੇ ਦੋਨਾਂ ਪਾਸਿਆਂ ਤੋਂ ਬਹੁਤ ਰੌਲਾ ਮਚ ਗਿਆ। ਭੱਜ ਭੱਜ ਕੇ ਕਿਲੇ ਤੱਕ ਗਏ। ਤੁਰੰਤ ਸੂਰਵੀਰ ਘੋੜਿਆਂ ਉੱਪਰ ਸਵਾਰ ਹੋ ਗਏ। ਕੀ ਵਿਚਾਰ ਕਰਕੇ ਵਰਣਨ ਕਰੀਏ। ਕਹਿੰਦੇ ਕਿਲੇ ਵਿੱਚ ਪ੍ਰਵੇਸ਼ ਕਰਨ ਲਈ ਦਲ ਉਮੰਡ ਕੇ ਇਉਂ ਪੈ ਗਿਆ, ਜਿਵੇਂ ਭੁੱਖਾ ਬਾਜ ਆਪਣੇ ਸ਼ਿਕਾਰੀ ਉੱਤੇ ਪੈ ਜਾਂਦਾ ਨਾ, ਟੁੱਟ ਕੇ ਇਦਾਂ ਪੈ ਗਏ। ਤਲਵਾਰਾਂ ਵੱਜੀਆਂ,
ਵੈਰੀ ਨਾਲ ਵਿਸ਼ੇਸ਼ ਯੁੱਧ ਹੋਏ। ਕਈਆਂ ਦੇ ਅੰਗ ਟੁੱਟ ਗਏ ਨੇ, ਕੱਟੇ ਗਏ ਨੇ, ਫੱਟੇ ਗਏ ਨੇ, ਲੋਥਾਂ ਤੇ ਲੋਥਾਂ ਪਈਆਂ, ਲਾਸ਼ਾਂ ਖਿਲਰੀਆਂ ਪਈਆਂ ਨੇ। ਕੀ ਵਿਚਾਰ ਕਰਕੇ ਵਰਣਨ ਕਰੀਏ। ਸਤਿਗੁਰੂ ਜੀ ਕਹਿੰਦੇ ਅੱਜ ਵੀ ਨਜ਼ਾਰਾ ਵੇਖਣ ਨੂੰ ਪ੍ਰਾਪਤ ਹੋਇਆ। ਇੱਕ ਵਾਰ ਹੀ ਸਾਰੇ ਨਾਸ਼ ਕਰ ਦਿੱਤੇ ਗਏ ਨੇ। ਹੁਣ ਕਿਲਾ ਢਾ ਕੇ ਚਾਰੇ ਪਾਸੇ ਮੈਦਾਨ ਕਰ ਦਿੱਤਾ, ਮੈਦਾਨ ਵਿੱਚ ਤਬਦੀਲ ਕਰ ਦਿੱਤਾ। ਫਿਰ ਵੱਡਾ ਦਲ ਨਗਰ ਵਿੱਚ ਪ੍ਰਵੇਸ਼ ਕਰ ਗਿਆ। ਜਿਹੜਾ ਵੀ ਵੇਖਦਾ ਸੀ ਉਸ ਨੂੰ ਕਹਿੰਦੇ ਤੁਰੰਤ ਕੱਟ ਦਿੰਦੇ ਸਨ, ਵੜ ਦਿੰਦੇ, ਮਾਰ ਦਿੰਦੇ। ਜਿਹੜਾ ਹੱਥ ਜੋੜ ਕੇ ਮੁਆਫੀ ਮੰਗਦਾ, ਨਿਮਰਤਾ ਸਹਿਤ ਨੀਵਾਂ ਹੋ ਜਾਂਦਾ, ਉਹਨੂੰ ਬਖਸ਼ ਦਿੰਦੇ ਸਨ। ਕਿਉਂਕਿ ਖਾਲਸਾ ਸਤਿਗੁਰ ਦਾ ਏਡਾ ਵੀ ਨਿਰਦਈ ਨਹੀਂ ਕਿ ਕੋਈ ਮਨੁੱਖ ਸਤਿਗੁਰ ਦੇ ਸਨਮੁਖ ਜਾਂ ਸਤਿਗੁਰ ਦੇ ਖਾਲਸੇ ਦੇ ਸਨਮੁਖ ਨੀਵਾਂ ਹੋ ਕੇ ਆਵੇ ਤੇ ਸਤਿਗੁਰ ਦਾ ਸਿੱਖ, ਸਤਿਗੁਰ ਦਾ ਦਲ ਉਹਨੂੰ ਬਖਸ਼ੇ ਨਾ। ਇਹਦੇ ਕਦਾਚਿਤ ਹੋ ਨਹੀਂ ਸਕਦਾ। ਕਿਉਂਕਿ ਇਹ ਗੁਰੂ ਨਾਨਕ ਦੇ ਦਰ ਕਰ ਦੇ ਵਿੱਚ ਵੱਡੀ ਬਖਸ਼ਿਸ਼ ਰਹਿਮਤ ਹੈ। ਇਹ ਸਤਿਗੁਰ ਦਾ ਕਰਮ ਧਰਮ ਹੈ। ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਵਿਰਧ ਸੁਆਮੀ ਛੰਦਾ। ਜਿਹੜਾ ਨਿਮਰਤਾ ਨਾਲ ਨੀਵਾਂ ਹੋ ਕੇ ਗੁਰੂ ਸਤਿਗੁਰ ਦੇ ਸਨਮੁਖ ਆ ਜਾਂਦਾ ਨਾ, ਆਪਣਾ ਅਰਪਣ ਕਰ ਦਿੰਦਾ, ਸਤਿਗੁਰ ਜੀ ਉਹਨੂੰ ਬਖਸ਼ ਦਿੰਦੇ ਨੇ। ਇਹ ਸਤਿਗੁਰ ਦਾ ਕਰਮ ਧਰਮ ਹੈ, ਵਿਰਧ ਹੈ ਗੁਰੂ ਨਾਨਕ ਦੇ ਦਰ ਕਰਦਾ। ਕਹਿੰਦੇ ਇਦਾਂ ਦਾ ਭਿਆਨਕ ਦ੍ਰਿਸ਼ ਉੱਤੇ ਵੇਖਣ ਨੂੰ ਮਿਲਿਆ। ਜਿਹੜੇ ਤੇ ਅੜ ਜਾਂਦੇ ਉਹ ਟੁੱਟ ਜਾਂਦੇ, ਕੱਟੇ ਵੱਢੇ ਜਾਂਦੇ, ਜਿਹੜੇ ਨਿਮਰਤਾ ਨਾਲ ਨੀਵੇਂ ਹੋ ਜਾਂਦੇ ਉਹਨਾਂ ਨੂੰ ਬਖਸ਼ ਦਿੱਤਾ ਜਾਂਦਾ। ਇਦਾਂ ਦੀ ਵਿਚਾਰ ਹੁੰਦੀ ਤੇ ਸਤਿਗੁਰ ਜੀ ਕਿਰਪਾ ਰਹਿਮਤ ਕਰਦੇ ਨੇ। ਕਹਿੰਦੇ ਹੁਣ ਜਿਹੜੇ ਨਿਮਾਣੇ ਨਿਤਾਣੇ ਸਨ, ਗਰੀਬ ਸਨ, ਕਈ ਆਪਣੀਆਂ ਪਤਨੀਆਂ ਬਣਾ ਲਈਆਂ, ਫੜ ਕੇ ਸੰਭੋਗ ਪਏ ਕਰਦੇ ਸਨ, ਮਾੜੇ ਕਰਮ ਕਰਦੇ ਸਨ। ਇਦਾਂ ਦਿਆਂ ਨੂੰ ਕਹਿੰਦੇ ਉਸ ਵਕਤ ਦਲ ਖਾਲਸੇ ਨੇ ਸੋਧਣ ਵਾਸਤੇ ਇਹ ਭਿਆਨਕ ਵੱਡਾ ਇਦਾਂ ਦਾ ਰੂਪ ਧਾਰਨ ਕੀਤਾ। ਹੁਣ ਸਤਿਗੁਰੂ ਜੀ ਕਰਦੇ ਕਿਰਪਾ ਕਰਦੇ ਸਨ, ਕਈ ਦਲ ਵਿੱਚ ਲਿਆ ਕੇ ਇਦਾਂ ਗਰੀਬਾਂ ਨੂੰ ਆਪਣੇ ਵਿੱਚ ਰਲਾ ਲੈਂਦੇ ਸਨ, ਆਪਣੇ ਵਿੱਚ ਪ੍ਰਵੇਸ਼ ਕਰ ਲੈਂਦੇ ਸਨ। ਉਸ ਵਕਤ ਸਤਿਗੁਰ ਦੀ ਕਿਰਪਾ ਰਹਿਮਤ ਵਰਤੀ। ਹੁਣ ਸਤਿਗੁਰ ਦਾ ਜਿਹੜਾ ਖਾਲਸਾ ਦਲ ਹੈ, ਪੰਥ ਹੈ, ਉਹ ਹੈ ਹੀ ਬੈਰੀਆਂ ਨੂੰ ਸੋਧਣ ਵਾਸਤੇ ਹੈ, ਪਾਪੀਆਂ ਨੂੰ ਦੰਡ ਦੇਣ ਵਾਸਤੇ ਹੈ। ਇਦਾਂ ਕਰਕੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ ਹੈ। ਤਾਂ ਤੇ ਆਓ ਪਿਆਰੀ ਸੰਗਤ ਜੀਓ, ਕਥਾ ਵਿਚਾਰ ਦਾ ਜੋ ਸਮਾਂ ਹੈ ਉਹ ਸਮਾਪਤ ਹੋ ਚੁੱਕਿਆ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਕਿਵੇਂ ਕਰਕੇ ਸਤਿਗੁਰੂ ਜੀ ਕਿਰਪਾ ਰਹਿਮਤ ਕਰਦੇ ਆ, ਬਖਸ਼ਿਸ਼ ਕਰਦੇ ਆ, ਬਾਕੀ ਕੀ ਸਤਿਗੁਰ ਦਾ ਹੁਕਮ ਬਖਸ਼ਦਾ ਵਰਤਦਾ ਏ, ਉਹ ਰਹਿੰਦੀ ਵਿਚਾਰ ਕੱਲ ਨੂੰ ਸਰਵਣ ਕਰਾਂਗੇ। ਆਪ ਸੰਗਤ ਵੱਧ ਤੋਂ ਵੱਧ ਗੁਰੂ ਘਰ ਵਿਖੇ ਪਹੁੰਚਿਆ ਕਰੋ। ਆਨੰਦਮਈ ਕਥਾ ਵਿਚਾਰ ਦਾ ਆਨੰਦ ਪ੍ਰਾਪਤ ਕਰਿਆ ਕਰੋ। ਸਤਿਗੁਰ ਦੇ ਸਨਮੁਖ ਸੰਗਤ ਰੂਪ ਹੋ ਕੇ ਜੁੜਿਆ ਕਰੋ। ਕਿਉਂਕਿ ਸਾਡੇ ਬਹੁਤ ਵੱਡੇ ਉਤਮ ਭਾਗ ਨੇ ਜਿੱਥੇ ਸਤਿਗੁਰ ਦੀ ਵਿਚਾਰ ਹੁੰਦੀ ਨਾ, ਜਿੱਥੇ ਕਥਾ ਹੁੰਦੀ ਹੈ, ਗੁਰਬਾਣੀ ਦੀ ਵਿਚਾਰ ਹੁੰਦੀ ਹੈ, ਉੱਥੇ ਤੇ ਸਤਿਗੁਰ ਦੀ ਕਿਰਪਾ ਦੇ ਨਾਲ ਸੁੱਕੇ ਦਰਖਤ ਵੀ ਹਰੇ ਹੋ ਜਾਂਦੇ ਨੇ। ਸੁੱਕੇ ਕਾਸ਼ਟ ਹਰਿਆ, ਸੁੱਕੇ ਕਾਸ਼ਟ ਲੱਕੜਾਂ ਵੀ ਹਰੀਆਂ ਹੋ ਜਾਂਦੀਆਂ। ਹੁਣ ਸਾਡੇ ਮਨ ਜਿਹੜੇ ਸੁੱਕੇ ਪਏ ਨੇ, ਇਹ ਸੁੱਕੇ ਮਨ ਹਰੇ ਤਾਂ ਕਿਉਂ ਨਾ ਹੋਵਣਗੇ, ਜ਼ਰੂਰ ਹੋਵਣਗੇ ਜਦੋਂ ਸਤਿਗੁਰ ਦੀ ਕਿਰਪਾ ਰਹਿਮਤ ਵਰਤੇਗੀ। ਵੱਧ ਤੋਂ ਵੱਧ ਪਹੁੰਚਿਆ ਕਰੋ ਪਿਆਰਿਓ। ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ ਹੈ, ਇਸ ਕਰਕੇ ਆਓ ਜਿੰਨਾ ਹੋ ਸਕਦਾ ਆਪਣੇ ਨਾਲ ਹੋਰ ਸਰੀਰਾਂ ਨੂੰ ਵੀ ਪ੍ਰੇਰਿਤ ਕਰਕੇ ਲੈ ਕੇ ਆਇਆ ਕਰੋ, ਜੋੜ ਕੇ ਲਿਆਇਆ ਕਰੋ। ਤੇ ਸਤਿਗੁਰ ਦੀ ਕਿਰਪਾ ਨਾਲ ਗੁਰੂ ਜੀ ਦਾ ਵਚਨ ਹੈ ਜਿਹੜਾ ਗੁਰੂ ਨਾਨਕ ਦੇ ਦਰ ਘਰ ਨਾਲ ਕਿਸੇ ਨੂੰ ਜੋੜ ਦੇਣਾ, ਇਹਦੇ ਵਰਗਾ ਪੁੰਨ ਕੋਈ ਨਹੀਂ। ਤੇ ਕਿਸੇ ਨੂੰ ਤਰਕ ਮਾਰ ਕੇ ਸਤਿਗੁਰ ਨਾਲ ਤੋੜ ਦੇਣਾ, ਇਹਦੇ ਵਰਗਾ ਪਾਪ ਕੋਈ ਨਹੀਂ। ਇਸ ਕਰਕੇ ਵੱਧ ਤੋਂ ਵੱਧ ਸੰਗਤਾਂ ਨੂੰ ਜੁੜਿਆ ਕਰੋ। ਤਕਰੀਬਨ ਅੱਜ ਵਿਚਾਰ ਬਣਾਵਾਂਗੇ ਦਰਬਾਰ ਸਾਹਿਬ ਦੀ ਵਿਛਾਈ ਤੋਂ ਬਿਨਾਂ। ਦਰਬਾਰ ਸਾਹਿਬ ਅੰਦਰੋਂ ਹਾਲ ਬੋਲਦਾ ਏ, ਇਸ ਕਰਕੇ ਅੰਦਰਲੇ ਪਾਸਿਓਂ ਦਰਬਾਰ ਵਿੱਚੋਂ ਸਮਝ ਨਹੀਂ ਆਉਂਦੀ ਕਥਾ ਵਿਚਾਰ ਦੀ, ਸਾਊਂਡ ਕੁਆਲਿਟੀ ਨਹੀਂ ਬਣਦੀ। ਹੋ ਸਕਦਾ ਅੱਜ ਵੇਖਦੇ ਆ ਜੋ ਦਰਬਾਰ ਸਾਹਿਬ ਦੀ ਵਿਛਾਈ ਕਰਾਂਗੇ
ਤੇ ਤਕਰੀਬਨ ਉਹਦੇ ਨਾਲ ਸਮਝ ਵੀ ਪੈਣ ਲੱਗ ਜਾਵੇਗੀ। ਸਾਊਂਡ ਕੁਆਲਿਟੀ ਵੀ ਥੋੜੀ ਜੀ ਬਣਾਵਾਂਗੇ। ਸਤਿਗੁਰੂ ਜੀ ਕਿਰਪਾ ਰਹਿਮਤ ਕਰਨਾ। ਬਸ ਇਦਾਂ ਹੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਜਿੰਨਾ ਚਿਰ ਸਰੀਰ ਵਿੱਚ ਸਵਾਸ ਚੱਲਦੇ ਨੇ ਸਤਿਗੁਰ ਦੇ ਦਰ ਕਰ ਦੀ ਸੇਵਾ ਸਤਿਗੁਰ ਦੀ ਲੈਂਦੇ ਰਹਿਣ, ਬਖਸ਼ਿਸ਼ ਰਹਿਮਤ ਕਰਦੇ ਰਹਿਣ। ਆਪ ਰੱਬ ਵਰਗੀ ਸੰਗਤ ਦੇ ਜੋੜੇ ਝਾੜਨ ਦਾ ਸਤਿਗੁਰ ਦੀ ਸੁਭਾਗ ਪ੍ਰਦਾਨ ਕਰਦੇ ਰਹਿਣ। ਐਸੀ ਕਿਰਪਾ ਰਹਿਮਤ ਕਰਨ। ਆਓ ਕਥਾ ਵਿਚਾਰ ਦਾ ਸਮਾਂ ਸਮਾਪਤ ਹੈ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਬਾਕੀ ਸਤਿਗੁਰ ਜੀ ਕਿਰਪਾ ਕਰਦੇ ਨੇ।